ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਸ਼ਲੋਕ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਜਿਸ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਿਆ ਸਮੇਂ ਸਮੇਂ ਅਨੁਸਾਰ ਅਵਤਾਰ ਪੈਗੰਬਰ ਪੀਰ ਔਲੀਏ ਇਸ ਧਰਤੀ ਤੇ ਦੁਨੀਆ ਤੇ ਭੇਜੇ ਜੀਵਾਂ ਦੀ ਕਲਿਆਣ ਕਰਨ ਵਾਸਤੇ, ਭੁੱਲਿਆਂ ਨੂੰ ਸਮਝਾਉਣ ਵਾਸਤੇ, ਸਿੱਧੇ ਰਾਹੇ ਪਾਉਣ ਵਾਸਤੇ, ਚਿਰਾਂ ਦੇ ਵਿਛੜਿਆਂ ਨੂੰ ਮੁਕਤੀ ਰੂਪ ਕੰਦਾਰੇ ਤੇ ਪਾ ਪਹੁੰਚਾਉਣ ਵਾਸਤੇ ਬੜੀਆਂ ਬਖਸ਼ਾਂ ਕੀਤੀਆਂ। ਅਤੇ ਕਲਯੁਗ ਦੇ ਸਮੇਂ ਵਿੱਚ ਖਾਸ ਤੌਰ 'ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਿੱਛੇ ਵੀ ਅਵਤਾਰ ਪ੍ਰਗਟ ਹੋਏ ਨੇ ਪਰ ਹੱਦ ਬੰਨਾ 16 ਕਲਾ ਤੱਕ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਜੜਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਨਿਰੰਕਾਰ ਨੇ ਪੰਜਾਂ ਤੱਤਾਂ ਦੁਆਰਾ ਚੌਹਾਂ ਖਾਣੀਆਂ ਦੁਆਰਾ ਸਾਰੀ ਸ੍ਰਿਸ਼ਟੀ ਸਾਜਣਾ ਕੀਤੀ ਹੈ। ਉਸ ਸ੍ਰਿਸ਼ਟੀ ਵਿੱਚ ਸਾਡੇ ਵੀ ਸਰੀਰ ਸਾਰਿਆਂ ਦੇ ਹਾਜ਼ਰ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਹੀਦੀ ਦਿਨ ਨੂੰ ਮੱਦੇ ਰੱਖਦਿਆਂ ਹੋਇਆਂ ਤਥਾ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਮੱਦੇ ਰੱਖਦਿਆਂ ਹੋਇਆਂ ਦਾਸ ਨੂੰ ਹੁਕਮ ਲੱਗਾ ਵਿਸ਼ੇਸ਼ ਤੌਰ 'ਤੇ ਕੁਝ ਗੁਰੂ ਕੀਆਂ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਜੇ ਇਤਿਹਾਸ ਦਿਆਵਾਂਗੇ ਤਾਂ ਤਾਜ਼ਾ ਬਣਿਆ ਰਹੂ, ਨਹੀਂ ਤੇ ਵਿਸਰ ਜਾਊ ਤੇ ਭੁੱਲਦੇ ਭੁੱਲ ਜਾਵਾਂਗੇ। ਪਿੱਛੇ ਡੂੰਘੀ ਖਾਈ ਵਿੱਚ ਚਲੇ ਜਾਵਾਂਗੇ। ਧੰਤਾ ਜੋ ਵਡਿਆਈ ਦੇ ਪਾਤਰ ਮਹਾਤਮਾ ਨੇ ਬੜੀ ਕਲਮ ਚਲਾਈ ਹੈ, ਬੜਾ ਕੁਝ ਲਿਖਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਿਤਨੀ ਕੁ ਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੈ ਅੰਗਾਂ ਦੇ ਹਿਸਾਬ ਨਾਲ ਤੇ 2-3 ਘੱਟ ਤੇ ਬਾਣੀ ਇਸ ਤੋਂ ਵੱਧ ਸਭ ਇਤਿਹਾਸ ਦੁਨੀਆ ਦਾ ਸਰਜੋਗ ਤੋਂ ਲੈ ਕੇ ਹੁਣ ਤੱਕ ਕਥਨ ਕਰ ਦਿੱਤਾ। ਨਾਲ ਗੁਰੂ ਕੀ ਬਾਣੀ ਹੈ ਗੁਰੂ ਮਹਾਰਾਜ ਸਾਹਿਬ ਰਸਨਾ ਤੋਂ ਉਚਾਰੀ ਹੋਈ। ਐਡਾ ਵੱਡਾ ਲਿਖਾਰੀ ਐਡਾ ਵੱਡਾ ਵਿਦਵਾਨ ਕੋਈ ਦੁਨੀਆ 'ਤੇ ਹੋਇਆ ਨਹੀਂ ਤੇ ਨਹੀਂ ਹੋਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਅੰਤਰਜਾਮਤਾ ਨਾਲ ਆਪਣੀ ਰਸਨਾ ਤੋਂ ਉਚਾਰ ਕੇ ਮਨੀ ਸਿੰਘ ਜੀ ਪਾਸੋਂ ਲਿਖਵਾ ਕੇ ਅਤੇ ਕਥਾ ਕਰਤੇ ਸੰਗਤਾਂ ਨੂੰ ਸੁਣਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਕਤੀਆਂ ਨਾਲ ਪਿਛਲੇ ਸਾਰੇ ਸਮਿਆਂ ਦਾ ਇਤਿਹਾਸ ਅਤੇ ਗੁਰਬਾਣੀ ਆਦਿ ਗ੍ਰੰਥ ਜੁੜ ਜਾਂਦੇ ਨੇ। ਵਿਚਾਰ ਕਰਨ ਦੀ ਸਾਨੂੰ ਲੋੜ ਹੈ ਪਰ ਦੁਨੀਆ ਦੇ ਲੋਕ ਬੇਅੰਤ ਪ੍ਰਕਾਰ ਦੁਨੀਆ 'ਤੇ ਹੋਏ ਨੇ ਅਤੇ ਜਿੰਨਾ ਜ਼ਾਲਮ ਬੰਦਾ ਹੋਇਆ ਇਤਨਾ ਕੋਈ ਹੋਰ ਨਹੀਂ ਮੰਨਿਆ ਜਾਊਗਾ, ਕਿਉਂਕਿ 84 ਲੱਖ ਜੂਨ ਬਣਾਈ ਹੈ ਜਿਸ ਵਿੱਚ ਗਿਣਤੀ 42 ਲੱਖ ਸੋ ਅੱਧੀ ਤਾਂ ਪਾਣੀ ਵਿੱਚ ਹੀ ਹੈ। ਉਹ ਸਾਰੇ ਜੀਵ ਕੀ ਕਰਦੇ ਨੇ? ਜੀਆਂ ਕਾ ਹਾਰ ਜੀ ਖਾਣਾ ਇਹ ਕਰੇ ਵਿੱਚੋਂ ਪਾਏ ਸਾਇਰਾ ਤੇ ਨਾ ਵਿਸਾਰ ਕਰੇ। ਜੀਆਂ ਦਾ ਹਾਰ ਜੀ ਮਹਾਰਾਜ ਸਾਹਿਬ ਪੈਦਾ ਕਰੀ ਜਾਂਦਾ ਹੈ। ਹੋਰ ਉੱਥੇ ਕੋਈ ਕਚਹਿਰੀਆਂ ਨਹੀਂ ਲੱਗਦੀਆਂ, ਕੋਈ ਮੰਡੀਆਂ ਨਹੀਂ ਲੱਗਦੀਆਂ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ। ਇਹ ਆਦਿਕ ਪੰਕਤੀਆਂ ਨੇ ਮਹਾਰਾਜ ਸਾਹਿਬ ਜੀ ਦੀ ਬਾਣੀ ਦੀਆਂ। ਜੇ ਦੁਨਿਆਵੀ ਜੰਗਲੀ ਜੀਵ ਨੇ ਸ਼ੇਰ ਆਦਿਕ ਮਾਸ ਖਾਣ ਵਾਲੇ, ਕੁੱਤੇ ਅਤੇ ਬਿੱਲੇ ਆਦਿਕ ਮਾਸ ਖਾਣ ਵਾਲੇ, ਉਹਨਾਂ ਨੂੰ ਮਹਾਰਾਜ ਸਾਹਿਬ ਨੇ ਸਰੀਰ ਹੀ ਇਹੋ ਜਿਹਾ ਦਿੱਤਾ ਹੈ, ਦੰਦ ਹੀ ਇਹੋ ਜਿਹੇ ਦਿੱਤੇ, ਅੰਦਰ ਦਾ ਸਿਸਟਮ ਹੀ ਇਹੋ ਜਿਹਾ ਬਣਾਇਆ ਹੈ। ਬੜੇ ਕੀਮਤੀ ਉਹਨਾਂ ਨੂੰ ਉੱਡਣ ਲਈ ਖੰਭ ਦਿੱਤੇ ਨੇ, ਪਹੁੰਚੇ ਆਦਿਕ ਪਕੜਨ ਲਈ ਸ਼ਿਕਾਰ ਦੇ ਤਾਂ ਦਿੱਤੇ ਨੇ। ਥਾਂ ਪ੍ਰਥਾਂ ਮਹਾਰਾਜ ਸਾਹਿਬ ਨੇ ਸਾਜਨਾ ਕੀਤੀ ਸ੍ਰਿਸ਼ਟੀ ਦੇ ਜੀਵਨ ਦੀ
ਉਹਨਾਂ ਨੂੰ ਕੋਈ ਸ਼ਿਕਾਰ ਪਕੜਨਾ ਤੇ ਪੇਟ ਦੇ ਆਹਾਰ ਲਈ ਖਾਣਾ ਕੋਈ ਜ਼ੁਲਮ ਨਹੀਂ, ਕੋਈ ਪਾਪ ਨਹੀਂ। ਉਹਨਾਂ ਕਿਤੇ ਕਬਜ਼ਾ ਨਹੀਂ ਕਰਨਾ, ਕੋਈ ਦੇਸ਼ ਨਹੀਂ ਮਲਣਾ, ਕੋਈ ਡਿਗਰੀ ਨਹੀਂ ਲੈਣੀ। ਸਾਰੇ 84 ਲੱਖ ਦੇ ਜੂਨਾਂ ਦੇ ਜੀਵ ਬੰਦੇ ਤੋਂ ਬਿਨਾਂ ਬੜਾ ਬੜਾ ਜ਼ਾਲਮ ਬੰਦਾ ਹੋਇਆ ਹੈ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਰਾਜੇ ਛੇਹੀ ਮੁਕੱਦਮ ਕੁੱਤੇ, ਜਾਇਦ ਗਾਇਨ ਬੈਠੇ ਸੁੱਤੇ, ਚਾਕਰ ਲਹਿੰਦਾ ਪਾਇਨ ਘਾਓ, ਰਥ ਪਿਤ ਪੁੱਤੇ ਹੋ ਚਟ ਜਾਹੋ। ਇਹ ਹਾਲਾਤ ਚਲੀ ਆਈ ਹੈ। ਬਾਣੀ 'ਚ ਪੰਕਤੀਆਂ, ਰਾਜੇ ਉਹੇ ਨਾ ਆਖੀਐ, ਭਿੜ ਮਰੇ ਫਿਰ ਜੂਨੀ ਪਾਏ। ਉਹ ਰਾਜੇ ਕਹੇ ਜਾਂਦੇ ਨੇ, ਭਾਗ ਚੰਗੇ ਨੇ ਉਹਨਾਂ ਦੇ। ਪਿਛਲਿਆਂ ਸਮਿਆਂ 'ਚ ਪਿੱਛੇ ਤੋਂ ਲੈ ਕੇ ਜੇ ਧਿਆਨ ਮਾਰੀਏ, ਜਿਉਂ ਦੀ ਸ੍ਰਿਸ਼ਟੀ ਸਾਜੀ ਹੈ, ਬੜੇ ਬੜੇ ਜ਼ਾਲਮ ਹੁੰਦੇ ਆਏ ਨੇ ਤੇ ਉਹਨਾਂ ਨੂੰ ਸੋਧਦਾ ਵੀ ਰਿਹਾ ਹੈ। ਜਿਵੇਂ ਸਤਿਯੁਗ ਤੇ ਪੁਰਾਣੇ ਸਮੇਂ 'ਚ ਉਨ ਰਾਸ਼ਰ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਉਹ ਪਨ ਬ੍ਰਿਸ਼ਟ ਗਗਨ ਤੇ ਭਈ, ਸਭ ਆਨ ਬਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹਾ ਗਰੀਬ ਨਿਵਾਜਾ। ਅਖਲ ਭੰਮ ਕੇ ਸਿਰਜਣਹਾਰੇ, ਦਾਸ ਜਾਨ ਮੋਹ ਲਿਹੋ ਉਬਾਰੇ। ਜਿਹਨੂੰ ਚਰਿੱਤਰ ਕਿਹਾ ਜਾਂਦਾ 405, ਉਹਨਾਂ ਦਾ ਇਹ ਆਖਰੀ ਹਿੱਸਾ ਹੈ, ਜਿੱਥੋਂ ਚੌਪਈ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ। ਇਸ ਪ੍ਰਕਾਰ ਦੀਰ ਗਰਦਾੜ ਇੱਕ ਦੈਂਤ ਹੋਇਆ ਹੈ। ਬਹੁਤ ਦੁਨੀਆ ਨੂੰ ਦੁੱਖ ਦਿੰਦਾ ਸੀ, ਗਰੀਬਾਂ ਨੂੰ ਬੜਾ ਤੰਗ ਕਰਦਾ ਸੀ। ਆਪ ਕਾਲ ਪੁਰਖ ਨੇ ਉਸ ਦਾ ਸੀਸਾ ਸਿਰ ਕੱਟਿਆ, ਵੱਢਿਆ। ਉਸਨੇ ਜ਼ਾਲਮ ਨੂੰ ਸੋਧਣਾ ਤੇ ਮਾਰਨਾ ਕੋਈ ਪਾਪ ਨਹੀਂ। ਇਸ ਪ੍ਰਕਾਰ ਸਾਰਿਆਂ ਧੰਨ ਧੰਨ ਕਹਿਣਾ ਕੀਤਾ ਤੇ ਗਗਨ ਵਿੱਚੋਂ, ਆਕਾਸ਼ ਵਿੱਚੋਂ ਫੁੱਲਾਂ ਦੀ ਵਰਖਾ ਹੋਈ। ਮਹਾਰਾਜ ਸਾਹਿਬ ਧੰਨ ਹੋ, ਬਹੁਤੇ ਜੀਵਾਂ ਦੇ ਭਲੇ ਵਾਸਤੇ ਇਹੋ ਜਿਹੇ ਦੈਂਤਾਂ ਨੂੰ ਸੋਧਿਆ ਤੁਸਾਂ। ਇਹ ਕੁਛ ਇਸ ਤਰ੍ਹਾਂ ਚੱਲਦਾ ਹੀ ਆਇਆ ਹੈ ਦੁਨੀਆ 'ਤੇ। ਫਿਰ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ, ਸੋ ਜਿਨ੍ਹਾਂ ਦੇ ਘਰ ਪਤਨੀ ਸੀਤਾ ਨੂੰ ਰਾਵਣ ਚੁਰਾ ਕੇ ਲੈ ਗਿਆ ਸੀ, ਕੋਈ ਛੋਟੀ ਸ਼ਕਤੀ ਨਹੀਂ ਸੀ। ਬਾਣੀ 'ਚ ਲਿਖਿਆ ਹੈ, ਚੰਦ ਸੂਰਜਾਂ ਕੇ ਤਪਤ ਰਸੋਈ, ਬੈਸੰਤਰ ਜਾਂ ਕੇ ਕੱਪੜੇ ਧੋਈ। 1 ਲੱਖ ਪੂਰ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਚਵਾਂ ਵੇਦਾਂ ਦਾ ਗਿਆਤਾ ਕਥਾਕਾਰ ਗਿਆਨੀ, ਲੱਖ ਪੁੱਤਰ ਤੇ 1.25 ਲੱਖ ਪੋਤਰਾ। ਇੰਨੀ ਸ਼ਕਤੀ ਦਾ ਮਾਲਕ ਹੈ। ਅੰਮ੍ਰਿਤ ਦੀ ਬੂੰਦ ਪੇਟ ਤੋਂ ਨਿਜ ਪ੍ਰਾਪਤ ਹੈ। ਕੋਈ ਵੀ ਸਰੀਰ ਦਾ ਅੰਗ ਵੱਢਿਆ ਜਾਵੇ ਤੇ ਸਰੀਰ ਛੱਡਦਾ ਨਹੀਂ, ਉਹ ਮਰਦਾ ਨਹੀਂ, ਫਿਰ ਪੈਦਾ ਹੋ ਜਾਂਦੀ ਹੈ। ਲੰਕਾ ਦਾ ਗੜ੍ਹ ਸੋਇਨਾ ਕਿਲਾ ਸੋਨੇ ਦਾ ਬਣਿਆ ਹੋਇਆ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਤੋਂ ਵੱਧ ਸ਼ਕਤੀ ਵਾਲਾ ਤੁਹਾਨੂੰ ਕੋਈ ਦੁਨੀਆ 'ਤੇ ਦਿਸਦਾ ਹੈ? ਉਸ ਨੂੰ ਵੀ ਮੂਰਖ ਹੋਣਾ ਪਿਆ ਹੈ। ਇਸ ਪ੍ਰਕਾਰ ਨਾ ਧਨ ਨੇ ਛਡਾਉਣਾ, ਨਾ ਪੁੱਤਰਾਂ ਤੇ ਨਾ ਪੋਤਰਿਆਂ ਨੇ ਛਡਾਉਣਾ ਹੈ। ਇਹ ਦੁਨੀਆ 'ਤੇ ਜਿਹੜਾ ਆਇਆ ਹਰ ਇੱਕ ਨੂੰ ਜਾਣਾ ਹੀ ਪੈਣਾ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਹਰ ਅਰਬਹੁ ਲੋਕ ਸਿਆਣੇ, ਹਰੀ ਦੀ ਗਤੀ ਨੂੰ ਕੌਣ ਜਾਣ ਸਕਦਾ। ਬੜੇ ਬੜੇ ਦੁਨੀਆ 'ਤੇ ਹੋ ਕੇ ਚਲੇ ਗਏ, ਜਿਨ ਕੇ ਰਥ ਨੇਮ ਦਰਾਰ ਕੇ ਸਤਸਾਗਰ ਪੈ ਅਬਲੋ ਜਗ ਮਾਹੀ। ਜਿਨ ਚਾਪਨ ਗੋਸਨ ਕੇ ਬਲ ਤੇ ਸਭ ਸੈਲ ਬਟੋਰ ਧਰੇ ਧਰ ਮਾਹੀ। ਜਮ ਰਾਜ ਡਰੇ ਜਿਨ ਕੇ ਬਲ ਦੇ, ਸੁਰ ਰਾਜ ਡਰੇ ਜਿਨ ਕੇ ਬਲ ਮਾਹੀ। ਮਨ ਤੇਜਗ ਪੀਤਰ ਨਾਹੇ ਰਹੇ, ਅਬ ਕਉ ਜੋਰ ਲਹੇ ਕੋਲੋ ਜਗ ਮਾਹੀ। ਹੁੰਦਾ ਹੀ ਗਿਆ ਹੈ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ। ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗਹ ਮਿਲੇ ਸਜਾਵੇ। ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਰੋਵੇ ਦਹੇ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਰੋਵੇ ਦਿਨ ਮੇਜਾ ਖੋਇ ਗਿਆ, ਏਕੀ ਕਾਰਨ ਪਾਪੀ ਭਇਆ। ਰੋਵੇ ਸੇਖ ਮਸਾਇਕ ਪੀਰ, ਅੰਤ ਕਾਲਮਤ ਲਾਗੇ ਭੀੜ। ਰੋਵੇ ਕਿਰਪਨ ਸੰਚੇ ਤਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਬਿਆਲ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਨਹੀਂ ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨ ਲੇਖੇ ਪਾਏ। ਫਿਰ ਕੀ ਕਰਨਾ ਚਾਹੀਦਾ ਹੈ? ਰਾਜੇ ਬਣਨਾ ਚਾਹੀਦਾ, ਕੁਰਸੀਆਂ ਚਾਹੀਦੀਆਂ, ਡਿਗਰੀਆਂ ਚਾਹੀਦੀਆਂ, ਧਨ ਚਾਹੀਦੇ ਹੈ, ਪੁੱਤਰ ਤੇ ਪੋਤਰੇ ਚਾਹੀਦੇ ਨਹੀਂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸ਼ਾਂਤੀ ਵੀ ਨਹੀਂ, ਸੰਤੋਖ ਵੀ ਨਹੀਂ ਤੇ ਮੁਕਤੀ ਵੀ ਨਹੀਂ। ਬੜੇ ਦੁਨੀਆ 'ਤੇ ਹੋ ਚੁੱਕੇ ਨੇ, ਸਭ ਰੋਂਦੇ ਦੁਨੀਆ 'ਤੇ ਗਏ ਹੈ। ਉਹ ਵਸਤੂ ਮੰਗੋ ਜਿਹਦੇ ਨਾਲ ਆਹ ਲੋਕ ਤੇ ਪ੍ਰਲੋਕ ਸਫਲਾ ਹੋ ਜਾਵੇ। ਉਹ ਵਸਤੂ ਮੰਗੋ ਜੋ ਪਰਮੇਸ਼ਰ ਦਾ ਨਾਮ ਹੈ। ਵਿਣਤ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ,
ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸਾਰੀਆਂ ਲੋੜਾਂ ਤੇ ਭੁੱਖਾਂ ਖਤਮ ਹੋ ਜਾਣ। ਤ੍ਰੇਤੇ ਜਗ ਵਿੱਚ ਪ੍ਰਗਟ ਹੋਏ ਭਗਵਾਨ ਆਪ ਕ੍ਰਿਸ਼ਨ ਭਗਵਾਨ ਦੇ ਰੂਪ ਹੋ ਕੇ, ਤੇ ਜਿਸ ਨੇ ਵੀ ਘਾਟ ਨਹੀਂ ਕੀਤੀ, ਸਭ ਤੋਂ ਵੱਡੇ ਪਰਿਵਾਰ ਦਾ ਮਾਲਕ ਬਣਿਆ। ਇੱਕ ਭਾ ਭੂਮਾਸਰ ਦੈਂਤ ਹੋਇਆ। ਉਸ ਨੇ ਸ਼ਾਹੂਕਾਰਾਂ ਤੇ ਰਾਜਿਆਂ ਦੀਆਂ 16,000 ਪੁੱਤਰੀਆਂ ਕੰਨਿਆਂ ਇਕੱਠੀਆਂ ਕੀਤੀਆਂ ਸੀ। ਕਹਿੰਦਾ 20,000 ਇਕੱਠੀਆਂ ਕਰਕੇ ਸ਼ਾਦੀ ਕਰਵਾਉਣੀ। ਇਹ ਖੋ ਖੋ ਕੇ ਲਿਆਂਦੀਆਂ ਸੀ, ਧੱਕੇਸ਼ਾਹੀ ਕਰਦਾ ਸੀ। ਉਸ ਨੂੰ ਭਗਵਾਨ ਨੇ ਸੋਧਿਆ, ਉਸ ਨੂੰ ਲੇਖੇ ਲਾਇਆ, ਸਾਰੀਆਂ ਉਹਦੇ ਪਾਸੋਂ ਖੋ ਕੇ ਲਿਆਂਦੇ। ਅਤੇ ਕੁਝ ਭਾਰ ਵਿਆਹੀਆਂ ਸਨ, ਜਿੰਨਾ ਇਹ ਕੰਮ ਬੰਦਿਆਂ ਦਾ ਨਹੀਂ, ਕਿਸੇ ਸਰੀਰ ਦਾ ਨਹੀਂ। ਹਰੇਕ ਵਿੱਚੋਂ 8 ਪੁੱਤਰ ਪੈਦਾ ਕੀਤੇ। ਬੰਦਾ ਕਿਵੇਂ ਕਰ ਸਕਦਾ ਹੈ? ਉਹਦੇ ਆਪਣੇ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਮੇਰਾ ਚੋਜੀ ਜੀਓ। ਗਿਣਤੀ ਕਰ ਲਓ 16,000 ਤੋਂ ਉੱਤੇ ਜਿਹੜੀਆਂ ਕਸੁੱਤ ਕਿੰਨੀਆਂ ਸਨ। 8 ਪੁੱਤਰ ਅਤੇ ਕਿੰਨੇ ਫਿਰ ਅੱਗੇ ਪੋਤਰੇ ਪੜੋਤੜੇ, ਕਰੋੜਾਂ ਦੇ ਹਿਸਾਬ ਨਾਲ। ਸੋ ਉਸ ਦੀ ਔਲਾਦ ਵੱਧ ਚੁੱਕੀ ਸੀ ਅਤੇ 2.5 ਪੈਰਾਂ 'ਚ ਖਤਮ ਵੀ ਕਰਵਾ ਲਈ। ਉਹਨਾਂ ਦੇ ਕੌਤਕ ਉਹਨਾਂ ਨੂੰ ਬਾਣੇ ਆਉਂਦੇ ਹੈ, ਸਾਨੂੰ ਨਹੀਂ ਬਾਣੇ ਆਉਂਦੇ। ਜੇ ਇਤਿਹਾਸ ਵਿਝਾਵਾਂਗੇ ਨਾ, ਧਿਆਨ ਦੇਵਾਂਗੇ ਨਾ, ਸਾਨੂੰ ਪਤਾ ਕਿਵੇਂ ਚੱਲੂ? ਸਾਡੀ ਦੌੜ, ਸਾਡੀ ਮੰਗ, ਸੋ ਨੌਕਰੀ ਮਿਲ ਜਾਵੇ, ਵਿਵਾਹ ਹੋ ਜਾਵੇ, ਪੁੱਤਰ ਹੋ ਜਾਵੇ, ਪੋਤਰੇ ਹੋ ਜਾਣ, ਇੱਥੋਂ ਤੱਕ ਹੀ ਹੈ। ਕੋਠੀਆਂ ਕਾਰਾਂ ਤੱਕ ਹੀ ਹੈ। ਇਹ ਸਭ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨਿਹੁ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਤੇ ਦੋਸਤੀ ਸਭ ਜਗ ਚੱਲਣਹਾਰ। ਪਰ ਦੁਨਿਆਵੀ ਤੌਰ ਜਿੰਨੀ ਕੁ ਸੋਚ ਹੈ, ਜਿੰਨੀ ਕੁ ਸਮਝ ਹੈ, ਉਹਨਾਂ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਬਖਾਣੇ ਬੇਨਤੀ ਬਾਜ ਕੂੜੋਂ ਕੂੜ। ਸ਼ਾਇਦ ਕੋਈ ਗੱਲ ਰਹਿ ਗਈ ਹੋਵੇ। ਕਿਹਦੇ ਮਗਰ ਲੱਗੇ ਹੋਏ ਹੈ? ਕੂੜਾ ਇਕੱਠਾ ਕਰਨ ਵਾਸਤੇ ਲੱਗੇ ਹੋਏ ਹੈ। ਸੋਨਾ ਵੀ ਕੂੜ ਹੀ ਹੈ। ਇਸ ਪ੍ਰਕਾਰ ਰਾਜ ਭਾਗ ਵੀ ਕੂੜ ਹੀ ਹੈ, ਪੁੱਤਰ ਧੀਆਂ ਵੀ ਕੂੜ ਹੀ ਹੈ। ਸੱਚਾ ਹੈ ਤੇ ਪਰਮੇਸ਼ਰ ਦਾ ਨਾਮ ਹੈ, ਨਹੀਂ ਤੇ ਹਰ ਕੇ ਨਾਮ ਬਿਨਾ ਦੁੱਖ ਪਾਵੈ। ਭਗਤ ਬਿਨਾ ਸਹਿਸਾ ਨਹੀਂ ਚੁੱਕੈ, ਜੇ ਤਿਹ ਭੇਦ ਵਿਖਾਵੈ। ਜੋਗੀ ਜਤੀ ਤਨ ਪਜਹਾਰ ਬੋਲ ਸਿਆਣੇ ਆਦਿਕ ਪੰਕਤੀਆਂ। ਹੋਰ ਵੀ ਬਹੁਤ ਕੁਛ ਮਹਾਰਾਜ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਹੈ। ਖਿਆਲ ਪਿੱਛੇ ਤੋਂ ਪਿੱਛਾ ਜਾ ਰਿਹਾ ਹੈ। ਇੰਨੀ ਭਵ ਜਾਦਵ ਕੋਲ ਤਾਂ ਆਪਣੇ ਗੁਰੂ ਦੁਰਭਾਸ਼ਾ ਲਿਖੀ ਪਾਸੋਂ ਸਰਾਪ ਦਵਾਇਆ। 2.5 ਪੈਰ ਹੁੰਦਾ 3 ਘੰਟਿਆਂ ਦਾ, ਅਤੇ 2 ਪੈਰਾਂ ਦੇ 6 ਘੰਟੇ ਦੇ, ਅੱਧੇ ਦੇ 1.5 ਹੋਰ ਲਾ ਲਓ, 7 7.5 7-8 ਘੰਟਿਆਂ 'ਚ ਸਾਰੇ ਸਮਾਪਤ ਵੀ ਕਰਵਾ ਲਏ। ਇਹ ਅਵਤਾਰਾਂ ਨੂੰ ਬਾਣੀ ਆਉਂਦੀ ਹੈ, ਭਾਗਾਂ ਵਾਲਿਆਂ ਨੂੰ ਬਾਣੀ ਆਉਂਦੀ ਹੈ। ਸਮੇਂ ਅਨੁਸਾਰ ਹੰਕਾਰੀਆਂ ਦੇ ਦੈਂਤਾਂ ਨੂੰ ਸੋਧਦੇ ਰਹੇ, ਅਤੇ ਹੁਣ ਤੱਕ ਸੋਧਦੇ ਆਏ ਨੇ, ਅਤੇ ਗਾਂਹ ਵੀ ਸੋਧਦੇ ਰਹਿਣਾ ਹੈ। ਇਸ ਪ੍ਰਕਾਰ ਬੜਾ ਜ਼ੁਲਮ ਵੱਧ ਗਿਆ, ਬੜਾ ਪਾਪ ਵੱਧ ਗਿਆ। ਸਾਹਿਬ ਲਿਖਦੇ ਚੱਲੀ ਪਾਪ ਕੀ ਜਗਤ ਕਹਾਣੀ, ਸਾਡਾ ਧਰਮ ਸਾਡ ਤਾ ਰਾਜਧਾਨੀ। ਚੱਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛਾੜ ਰਾਜਧਾਨੀ। ਭਇਓ ਭਾਰ ਧਰ ਪਰ ਅਦਕ, ਧਰਮ ਧਰਤ ਨਹਿ ਧੀਰ। ਭਾਉ ਭਗਤ ਨਹੀਂ ਜਗਤ ਮੈਂ, ਵਿਕਲ ਪਈ ਭੈ ਭੀਰ। ਪਰਮ ਪਾਪ ਤੇ ਭੂਮ ਡਰਾਨੀ, ਡਗ ਬਗਾਦ ਬਤੀਰ ਛਦਾਨੀ। ਬ੍ਰਹਮਾ ਗਇਓ ਸ਼ੀਰਨਿਤ ਜਹਾਂ, ਅਕਾਲ ਪੁਰਖ ਸਥਿਰ ਸੇ ਜਹਾਂ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਤੇ ਧਰਤੀ ਸਾਰਿਆਂ ਨੇ ਮਿਲ ਕੇ ਬਾਹਾਂ ਖੜੀਆਂ ਕਰਕੇ ਪੁਕਾਰਾਂ ਕੀਤੀਆਂ ਅਤੇ ਬੇਨਤੀਆਂ ਕੀਤੀਆਂ ਕਿ ਸਾਡੇ ਸਿਰੋਂ ਪਾਣੀ ਲੰਘ ਚੁੱਕਿਆ ਹੈ। ਕਿਉਂ ਭਇਓ ਕਿਰਪਾਲ ਮਹਾਕਾਲ ਜੀ, ਬਾਣੀ ਭਨੀ ਆਕਾਸ਼। ਹਾਉ ਦੁਖ ਹਰ ਹੋਂ, ਦਾਸ ਰੂਪ ਧਾਰ ਕਹੋ ਵਿਸ਼ਨੂੰ ਮਨ ਦਾਸ। ਆਕਾਸ਼ ਗੂੰਜਿਆ, ਵੈਦ ਆਵਾਜ਼ ਪੈਦਾ ਹੋਈ, ਹੈ ਦੇਵਤਾ ਜਨੋ ਤੁਹਾਡੀ ਪੁਕਾਰ ਸੁਣ ਲਈ ਗਈ ਹੈ। ਹੁਣ ਮੈਂ ਹੋਰ ਸਰੂਪ ਨਹੀਂ ਆਪ ਪ੍ਰਗਟ ਹੋਵਾਂਗਾ। ਇਹ ਭੁਲੇਖਾ ਦੂਰ ਕਦੋਂ ਹੋਵੇਗਾ? ਧੰਨ ਗੁਰੂ ਨਾਨਕ ਪਾਤਸ਼ਾਹ ਆਪ ਅਕਾਲ ਪੁਰਖ। ਅਤੇ ਫਿਰ ਸਰੀਰ ਬਦਲੇ ਹੈ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਕੇਵਲ ਸਰੀਰ ਬਦਲੇ, ਜੋਤ ਉਸ ਅਕਾਲ ਪੁਰਖ ਦੀ। 5ਵੀਂ ਜੋਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਸ਼੍ਰੋਮਣੀ ਕਿਹਾ ਜਾਂਦਾ ਹੈ। 10 ਸਰੂਪਾਂ ਅਤੇ ਸਿੱਖੀ ਮਤ ਵਿੱਚ ਜਾਣਾ ਹੈ ਸੱਚਖੰਡ ਨੂੰ, ਛੱਡਣਾ ਹੈ ਸਰੀਰ, ਅਤੇ ਲਾਉਣਾ ਇਸ ਲੇਖੇ ਜ਼ੁਲਮ ਦਾ ਨਾਸ਼ ਕਰਨ ਵਾਸਤੇ।
ਉਹਨਾਂ ਦਿਹਾੜਿਆਂ ਨੂੰ ਮਦੇ ਰੱਖਦਿਆਂ ਹੋਇਆਂ ਇਹ ਕੁਝ ਬੇਨਤੀਆਂ ਕੁਝ ਸਮਾਂ ਕਰਨੀਆਂ ਨੇ। ਥੋੜ੍ਹੇ ਦਿਨ ਹੋਏ ਘੱਲੂ ਘਰ ਅੰਮ੍ਰਿਤਸਰ ਸਾਹਿਬ ਦਾ ਸਿੱਖ ਸੰਗਤਾਂ ਨੇ ਮਨਾਇਆ ਹੈ। ਇਹ ਵੀ ਧੁਰੋਂ ਹੀ ਸਭ ਕੁਝ ਲਿਖਿਆ ਹੋਇਆ ਸੀ ਤੇ ਹੋ ਕੇ ਰਹਿਣਾ ਸੀ, ਕਿਸੇ ਦੇ ਵਾਸ ਦੀ ਗੱਲ ਨਹੀਂ। ਇਸ ਪ੍ਰਕਾਰ ਗੁਰਮੁਖੋ ਏਡੀ ਵੱਡੀ ਕੋਲ ਲੱਖ ਪੁੱਤਰ, ਸਵਾ ਲੱਖ ਪੁੱਤਰ ਆ ਤੇ ਕਰੋੜਾਂ ਦੀ ਹਿਸਾਬ ਨਾਲ ਕ੍ਰਿਸ਼ਨ ਭਗਵਾਨ ਦੀ ਕੋਲ ਕਿ ਦੁਨੀਆ ਰਹਿ ਗਈ ਜਿਉਂਦੇ। ਕੀ ਕਰਨੇ ਬੱਚਿਆਂ ਨੂੰ ਤੇ ਕੋਠੀਆਂ ਤੇ ਕਾਰਾਂ ਨੂੰ ਮੰਗਣਾ ਤੇ ਪਰਮੇਸ਼ਰ ਦਾ ਨਾਮ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ। ਉਹਨਾਂ ਵਿੱਚ ਦੁੱਖ ਲੁਕੇ ਹੋਏ ਨੇ। ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮਨ ਦੀਆਂ ਭੁੱਖਾਂ ਤੇ ਲੋੜਾਂ ਖਤਮ ਹੋ ਜਾਣ। ਕਿੰਨੇ ਕੁ ਮੰਗਦੇ ਹੈ, ਕੀ ਲੈ ਕੇ ਆਉਣੇ ਤੇ ਕੀ ਮੁੱਖ ਵਿੱਚ ਹੁੰਦਾ ਹੈ। ਸੇਵਾ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ, ਭਰਾਵਾਂ ਨਾਲ ਸਮਾਜ ਨਾਲ ਮਿਲ ਕੇ ਚੱਲੋ ਤੇ ਕਾਮਨਾ ਮਨ 'ਚ ਰੱਖੋ ਹੀ ਕੋਈ ਨਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਮੇਂ ਸਮੇਂ ਅਨੁਸਾਰ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਹੋਣਾ ਪਿਆ, ਨਹੀਂ ਤੇ ਹੋ ਰਿਹਾ ਸੀ ਕਿ ਲੋਕਾਂ ਨੂੰ ਆਮ ਇਕੱਠਿਆਂ ਕਰਕੇ ਸੰਤਾਂ ਭਗਤਾਂ ਤੇ ਸਾਧੂਆਂ ਨੂੰ ਚੱਕੀਆਂ ਪੀਣ ਵਾਸਤੇ ਲਾਇਆ ਸੀ। ਹੱਥ ਨਾਲ ਗੇੜ ਕੇ ਦਾਣੇ ਪਾ ਕੇ ਉਹਨਾਂ ਨੂੰ ਪੀ ਕੇ ਆਟਾ ਬਣਾਉਣਾ ਤੇ ਸਿਰ ਤੇ ਡਾਂਗ ਵਾਲਾ ਕੋਟਲੇ ਵਾਲਾ ਖੜਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਲੰਗਿਆਂ 'ਤੇ ਨਹੀਂ ਸੁੱਤੇ ਹੋਏ, ਕੁਰਸੀ ਰਾਜ ਆਦਿ ਭਾਗ ਨਹੀਂ ਕੋਈ ਮੰਗਿਆ, ਜਾਇਦਾਦ ਨਹੀਂ ਕਿਤੇ ਵੀ ਬਣਾਈ। ਜਾ ਕਰਕੇ ਉਹਨਾਂ ਵਿੱਚ ਆਪ ਵੀ ਕੈਦ ਹੋ ਗਏ ਤੇ ਫਿਰ ਚੱਕੀ ਆਪਣੇ ਆਪ ਹੀ ਚੱਲਦੀ ਹੈ, ਦਾਣੇ ਪਾਈ ਜਾਂਦੇ ਨੇ, ਆਟਾ ਗਾਇਬ ਹੈ। ਪ੍ਰਭਾਵਿਤ ਹੋ ਕੇ ਸ਼ਕਤੀ ਵੇਖ ਕੇ ਸਰੀਰ ਕੰਬਿਆ। ਬਾਬਰ ਆਦਿਕ ਵਰਗਿਆਂ ਦਾ ਤੇ ਫਿਰ ਛੱਡਣੇ ਪਏ ਸੀ, ਸਾਰੇ ਛੁਡਾਏ ਜਿੰਨੇ ਹੋਰ ਕੈਦੀ ਸੀ। ਪਰਉਪਕਾਰੀ ਕੀਤੀ, ਇਕੱਠਿਆਂ ਕਰਕੇ ਪਿੰਡਾਂ ਨਗਰਾਂ ਤੋਂ ਨੌਜਵਾਨ ਬੱਚੀਆਂ ਤੇ ਬੱਚਿਆਂ ਨੂੰ ਜਾ ਕੇ ਗਜਨੀ ਆਦਿਕ ਤੇ ਹੋਰ ਸ਼ਹਿਰਾਂ ਵਿੱਚ ਪਸ਼ੂਆਂ ਦੀ ਤਰ੍ਹਾਂ ਇਹਨਾਂ ਦੀ ਮੰਡੀ ਲੱਗਦੀ ਸੀ, ਬੋਲੀ ਹੁੰਦੀ ਸੀ, ਖਰੀਦ ਕੇ ਲੈ ਜਾਂਦੇ ਸਨ ਉਹਨਾਂ ਪਾਸੋਂ। ਸੋ ਫਿਰ ਉਹਨਾਂ ਕੋਲ ਸੇਵਾ ਕਰਵਾਈ ਜਾਂਦੀ, ਕੰਮ ਕਿਰਤ ਕਰਵਾਇਆ ਜਾਂਦਾ। ਇਹੋ ਜਿਹੀ ਭੈੜੀ ਹਾਲਾਤ ਮੇਟਣ ਵਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਹਾਲ ਕਿਉਂ ਭੁੱਲੀ ਜਾਂਦੇ ਹੈ। ਗੁਰੂ ਨਾਨਕ ਪਾਤਸ਼ਾਹ ਸਿੱਖ ਕਿਉਂ ਨਹੀਂ ਬਣਦੇ। ਕਿੱਡੀ ਵੱਡੀ ਅਗਿਆਨਤਾ ਤੇ ਪਸ਼ੂ ਬਿਰਤੀ ਹੈ ਸਾਡੀ ਹਾਲਾਤ ਬਣੀ ਹੋਈ ਹੈ। ਮਹਾਰਾਜ ਸਾਹਿਬ ਜਾ ਵਿਖੇ 2 ਘੋੜੇ ਮੁੱਲ ਪਿਆ ਹੈ। ਇਸ ਪ੍ਰਕਾਰ ਫਿਰ ਜੋ ਸ਼ਕਤੀਆਂ ਵੇਖੀਆਂ ਮਹਾਰਾਜ ਸਾਹਿਬ ਜੀ ਦੀਆਂ, ਫਿਰ ਮਾਫੀ ਮੰਗ ਕੇ ਸਾਰਿਆਂ ਨੂੰ ਮਹਾਰਾਜ ਸਾਹਿਬ ਨੇ ਛਡਾਇਆ। ਇਸ ਪ੍ਰਕਾਰ ਗੁਰਮੁਖ ਦੁਨੀਆ ਦੇ ਚੱਲਦਾ ਆਇਆ ਹੈ। ਉਸ ਤੋਂ ਉਪਰੰਤ ਕਲਯੁਗ ਦਾ ਸਮਾਂ ਜਦੋਂ ਆਇਆ, ਬੜਾ ਭਾਰੀ ਜ਼ੁਲਮ ਦਾ ਰਾਜ। ਸੋ ਤਵਾਰੀਖਾਂ ਗ੍ਰੰਥ ਪੜ੍ਹੀਏ ਤੇ ਪਤਾ ਚੱਲਦਾ ਹੈ, ਜਾਂ ਸੁਣੀਏ ਤੇ ਪਤਾ ਚੱਲਦਾ ਹੈ। 600 ਵਰ੍ਹਾ 6 ਸਦੀਆਂ ਜ਼ੁਲਮ ਦਾ ਨਿਰਦਈ ਰਾਜ ਰਿਹਾ। ਵਿੱਚ ਕੁਝ ਥੋੜ੍ਹੇ ਚੰਗੇ ਹੋਏ ਹੋਣਗੇ, ਨਹੀਂ ਤਾਂ ਜਿਨ੍ਹਾਂ ਨੇ 200 ਜਲਾਦ ਰੱਖਿਆ ਹੋਇਆ ਸੀ, ਕੀ ਕਰਦੇ ਸੀ ਉਹ? ਸੋ ਨਵੀਆਂ ਲੋਥਾਂ ਲਿਆ ਕੇ ਸੁੱਟਣੀਆਂ ਤੇ ਪੁਰਾਣੀਆਂ ਚੁੱਕਣੀਆਂ, ਰੋਜ਼ ਦਾ ਇਹੋ ਹੀ ਕੰਮ ਸੀ। 80 ਹਜ਼ਾਰ ਇੱਕ ਦੇ ਹਿੱਸੇ ਆਇਆ ਤੇ ਕਿੰਨਾ ਹੋਰ ਜਿਨ੍ਹਾਂ ਨੇ ਮਾਰਿਆ ਤੇ ਵੱਢਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਤਾਂ ਹੀ ਕਹਿਣਾ ਪਿਆ ਕਿ ਰਾਜੇ ਸ਼ੇਰਾਂ ਦਾ ਰੂਪ ਧਾਰਿਆ ਹੋਇਆ ਹੈ, ਛੋਟਿਆਂ ਨੇ ਕੁੱਤਿਆਂ ਦਾ ਰੂਪ ਧਾਰਿਆ ਹੋਇਆ ਹੈ ਤੇ ਲਹੂ ਪੇਤ ਆਦਿਕ ਚੱਟਦੇ ਨੇ। ਇਹੋ ਜਿਹੀ ਹਾਲਾਤ ਇਹਨਾਂ ਦੁਨੀਆ ਦੇ ਰਾਜਿਆਂ ਦੀ ਹੈ। ਜਿਸ ਰਾਜ ਬਦਲੇ, ਜਿਸ ਕੁਰਸੀ ਬਦਲੇ, ਭਾਗਾਂ ਤੋਂ ਹੀਣੇ ਸਭ ਸ੍ਰਿਸ਼ਟੀ ਦਾ ਸਾਂਝਾ। ਚਾਰੇ ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਜੀ ਉਤਰੇ ਸਬੂਤ ਕਰਾਣ। ਸਾਰਿਆਂ ਗ੍ਰੰਥਾਂ ਦਾ ਇਕੱਠ ਜੋੜ ਸਮੂਹ ਦੁਨੀਆ ਦੇ ਜਿੰਨੇ ਬਚਨ ਅਰਦਾਸ ਕਰ ਰਿਹਾ ਹੈ, ਸਾਰਿਆਂ ਦੇ ਹਵਾਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਨੇ। ਇੰਨਾ ਸਾਂਝਾ ਗ੍ਰੰਥ ਪਾੜ ਕੇ ਵਹਿਣੀਆਂ 'ਤੇ ਸੁੱਟ ਦਿਓ, ਰੋੜੀਆਂ 'ਤੇ ਸੁੱਟ ਦਿਓ। ਇਸ ਪ੍ਰਕਾਰ ਦੀ ਹਾਲਾਤ। ਇਹ ਤੋਂ ਵੱਧ ਮਾੜਾ ਕੋ ਦੁਨੀਆ ਦਾ ਪਾਪੀ ਤੇ ਪਾਮਰ, ਅਗਿਆਨੀ ਤੇ ਬੇਸਮਝ ਪਸ਼ੂ ਬੰਦਾ ਹੁੰਦਿਆਂ ਹੋਇਆ ਕੌਣ ਹੋਰ ਹੋ ਸਕਦਾ? ਧਿਆਨ ਦੇਵੋ। ਇਸ ਪ੍ਰਕਾਰ ਧਾਰਮਿਕ ਸਥਾਨਾਂ ਨੂੰ ਢਾਹ ਦਿਓ, ਗਊਆਂ ਦੇ ਸਿਰ ਵੱਢ ਮੰਦਿਰਾਂ 'ਚ ਸੁੱਟ ਦਿਓ, ਸੂਰਾਂ ਦੇ ਸਿਰ ਵੱਢ ਮੁਸਲਮਾਨੀ ਮਤ ਅਨੁਸਾਰ ਮਸੀਤਾਂ 'ਚ ਸੁੱਟ ਦਿਓ। ਇਸ ਤਰ੍ਹਾਂ ਕਿਸੇ ਪਸ਼ੂ ਨੇ ਨਹੀਂ ਕਦੇ ਕੀਤਾ। ਇਹੋ ਜਿਹੀ ਹਾਲਾਤ ਕਿਸੇ ਜਾਨਵਰ ਤੋਂ ਨਹੀਂ ਹੋਈ। ਪੇਟ ਭਰਨ ਵਾਸਤੇ ਉਹਨੇ ਸ਼ਿਕਾਰ ਖੇਡਿਆ, ਖਾਧਾ ਤੇ ਤਾਂ ਟਾਈਮ ਪਾਸ ਕੀ, ਉਹਨੂੰ ਪਾਪ ਵੀ ਕੋਈ ਨਹੀਂ। ਇਸ ਪ੍ਰਕਾਰ ਉਹਨੂੰ ਪੁੰਨ ਵੀ ਕੋਈ ਨਹੀਂ। ਦਰੰਦੇ ਨਾ ਗਰਾਹ ਜਰ, ਜੰਮੀ ਦਰਖਤ ਆਪ ਆਏ ਪਾਸਕਾਰ ਆਦਿਕ
ਜ਼ਿੰਦਗੀ ਮਿਲ ਗਈ ਤੇ ਜ਼ਿੰਦਗੀ ਭੋ ਗਈ ਤੇ ਦੁਨੀਆ ਤੋਂ ਚਲੇ ਗਏ। ਇਹਦੇ ਨਾਲੋਂ ਫਿਰ ਜਾਨਵਰ ਚੰਗਾ ਹੀ ਹੋਇਆ ਨਾ ਬੰਦੇ ਨਾਲੋਂ। ਸਭ ਤੋਂ ਵੱਧ ਮਾੜਾ ਤੇ ਬੰਦਾ ਹੈ, ਸਭ ਤੋਂ ਚੰਗਾ ਤੇ ਬੰਦਾ ਹੈ। ਬੰਦਗੀ ਕਰਕੇ, ਸਿਮਰਨ ਕਰਕੇ, ਧਰਮ ਨੂੰ ਕਮਾ ਕੇ ਚੰਗੇ ਪਾਸੇ ਲਾਇਆ, ਆਪਣੇ ਆਪ ਨੂੰ ਰੱਬ ਨੂੰ ਵੀ ਵਸ ਵਿੱਚ ਕਰ ਲਿਆ। ਤੇ ਕਿਹੋ ਜਿਹੇ ਬਣ ਗਏ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨਿਹਿਆ, ਭੇਦ न ਜਾਣੂ ਮੂਲ ਸਾਈਂ ਜਿਹਿਆ। तू करता तू हुआ मुझ में रहा न हूँ, जब आपा पर का मिट गया जब देखो तत तू। हार हर जन दोई एक है, बिब विचार किछ नाहीं, जल ते उबित रंग ज्यों जल ही विखे समाहे। रब दा रूप ही बन गए, रब नूं वासी कर लिया, अपने अधीन ही कर लिया। हों अधीन हाँ भगत के, पहुँचना हंगा भगती दावे। बदो हकीना होड़ माधो मोसियों, शरत क्यों नहीं मंग लेंदे। ਅਸੀਂ ਤੈਨੂੰ ਆਰਾਧ ਕੇ ਤੇਰੀ ਬੰਦਗੀ ਸਿਮਰਨ ਕਰਕੇ ਤੈਨੂੰ ਛੁੱਟ ਜਾਵਾਂਗੇ। ਤੂੰ ਆਪਣੇ ਛੁੱਟਣ ਦਾ ਯਤਨ ਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਨੇ। ਇਸ ਪ੍ਰਕਾਰ ਗੁਰਮੁਖੋ ਜੇ ਮਨੁੱਖ ਜਾਤੀ ਸਰੀਰ ਮਿਲ ਗਿਆ ਤੇ ਕਿਵੇਂ ਜ਼ਿੰਦਗੀ ਲੰਘਦੀ ਜਾਂਦੀ ਹੈ। ਸਾਹਿਬ ਲਿਖਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਸਾਰ ਖਵਾਰੀ ਕੀਨੀ, ਧਿਰਗ ਜੀਵਨ ਨਹੀਂ ਰਹਿਣਾ। ਬੜੀ ਲਾਹਨਤ ਪਾਈ ਹੈ। ਇੱਕ ਟੱਕ ਕਿਸੇ ਨੂੰ ਫੇੜੇ ਮੂੰਹ ਕਹੀ ਚਲੋ, 100 ਵਾਰੀ ਕਹਿ ਦਿਓ ਤਾਂ ਕਹਿੰਦੇ ਲਾਹਨਤ ਇੱਕ ਉਹਦੇ ਬਰਾਬਰ ਹੈ। ਇਹ 100 ਵਾਰੀ ਲਾਹਨਤ ਹੀ ਪਾ ਦਿਓ ਕਿ ਧਿਰਗ ਇੱਕ ਹੀ ਉਹਦੇ ਬਰਾਬਰ ਹੈ। ਧਿਰਗ ਧਿਰਗ ਖਾਇਆ, ਧਿਰਗ ਸੋਇਆ, ਧਿਰਗ ਕਾਪੜ ਅੰਗ ਚੜਾਇਆ, ਧਿਰਗ ਸਰੀਰ ਕਟੰਬ ਸਹਿਤ ਸਿੰਜਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨ ਆਵੈ, ਅਹਿਲਾ ਜਨਮ ਗਵਾਇਆ। ਵਿਅਰਥੀ ਜ਼ਿੰਦਗੀ ਲੰਘਾ ਕੇ ਚਲੇ ਗਿਆ। ਤਰਕਾਰ ਹਜ਼ਾਰਾਂ ਹੀ ਫਟਕਾਰਾਂ ਤੈਨੂੰ, ਪਦਾਰਥ ਖਾਣ ਨੂੰ ਤੇ ਬਸਤਰ ਪਾਉਣ ਨੂੰ ਸੁਭਾਅ ਹੈ ਨਾ। ਕੰਮ ਨ ਲੋੜੇ ਸੋਨਾ ਰੂਪਾ, ਮਿੱਤਰ ਲੋੜੇ ਨ ਸੋ ਖਾਧਾ ਤਾ। ਨਾਨਕ ਪਾਪ ਕਰੀ ਉਸ ਕਾਰ ਜਾਸੀ ਜੰਪੁਰ ਵਾਧਾ ਤਾ। ਇਹ ਹਾਲਾਤ ਹੋਵੇਗੀ ਜਿਨ੍ਹਾਂ ਨਾਲ ਪ੍ਰੇਮ ਕਰਦਾ, ਪਿਆਰ ਕਰਦਾ। ਸਰੀਰ ਵੀ ਤੇਰਾ ਨਹੀਂ, ਤੇਰੇ ਵੱਸ ਨਹੀਂ, ਸਰੀਰ ਸੰਬੰਧੀ ਵੀ ਨਹੀਂ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋ ਕੁਰਬਾਨੀਆਂ ਦੀ ਜਾਚ ਦੱਸਣ ਵਾਸਤੇ, ਅਜਰ ਨੂੰ ਜਰਨ ਵਾਸਤੇ, ਇਸ ਪ੍ਰਕਾਰ ਜ਼ੁਲਮ ਦੇ ਹੜ ਨੂੰ ਰੋਕਣ ਵਾਸਤੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ। ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਤੇ ਆਪ ਜੀ ਦੀ ਪੰਕਤੀਆਂ ਸੁਣੀਆਂ। ਇਸ ਪ੍ਰਕਾਰ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰਬਾਣੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ। ਮੇਰੇ ਨਾਲ ਪ੍ਰੇਮ ਖਿਲਣ ਦਾ ਚਾਅ ਹੈ, ਪ੍ਰੇਮ ਖਿਲਣ ਕਾ ਸਿਰ ਧਾਰ ਤਲੀ। ਜਿਵੇਂ ਬਾਬੇ ਦੀਪ ਸਿੰਘ ਜੀ ਨੇ ਰੱਖਿਆ ਸੀ ਤਲੀ 'ਤੇ ਸੀਸ, ਹੋਰ ਵੀ ਮਹਾਤਮਾ ਨੇ ਰੱਖੇ ਸੀ। ਉਹਨੂੰ ਸਰੀਰ ਨੂੰ, ਸੀਸ ਨੂੰ ਤਲੀ 'ਤੇ ਰੱਖਣਾ ਪੈਣਾ। ਤਥਾ ਹੰਕਾਰ ਤੇ ਮੈਂ ਮੇਰੀ ਛੱਡਣੀ ਪੈਣੀ ਹੈ। ਦਰਿਆਵੀ ਮਹਾਤਮਾ ਦੇ ਬਚਨ ਨੇ। ਮੈਂ ਮੇਰੀ ਕੋ ਮਾਰ ਕੇ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਅੰਦਰ ਵੜ ਕੇ ਲੁੱਟ। ਹਰ ਹਾਂ ਖਾਣ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ। ਇਹ ਤਾਂ ਆਦਿਕ ਪੰਕਤੀਆਂ ਸਿੱਧ ਕਰਦੀਆਂ ਮੈਂ ਮੇਰੀ ਮਾਰਨੀ ਪੈਣੀ ਹੈ। ਹੰਕਾਰ ਦਾ ਸਿਰ ਵੱਢਣਾ ਪੈਣਾ ਹੈ, ਆਪਣੀ ਤਲੀ 'ਤੇ ਰੱਖਣਾ ਪੈਣਾ ਹੈ। ਗੁਰੂ ਚਰਨਾਂ 'ਚ ਤਾਂ ਪ੍ਰਾਪਤੀ ਹੋਣੀ ਹੈ। ਅਤੇ ਪ੍ਰੇਮ ਦੀ ਖੇਡ ਕੋਈ ਸੌਖੀ ਜੀ ਨਹੀਂ। ਗੁਰੂ ਘਰ ਦਾ ਫੈਸਲਾ ਹੀ ਇਹੋ ਹੈ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਵਾਓ। ਇਹ ਤਾਂ ਮਾਰਗ ਰਸਤੇ ਨੂੰ ਕਹਿੰਦੇ। ਸਿੱਖੀ ਦਾ ਮਾਰਗ ਰਸਤਾ ਇਹੋ ਜਿਹਾ। ਜੇ ਕੋਈ ਸਰੀਰ ਨੂੰ ਸਰੀਰ ਦੁੱਖ ਵੀ ਦੇ ਦੂ, ਸਰੀਰ ਵੱਢਿਆ ਮਾਰੇ ਵੀ ਜਾਓ, ਸ਼ਹੀਦੀ ਵੀ ਪਾ ਦਿਓ, ਛੱਡ ਵੀ ਜਾਓ, ਤੇ ਫਿਰ ਕੀ ਵਿਗੜ ਜਾਓ। ਜੀ ਹੈ ਨਾਲ ਆਪਣਾ ਹੁੰਦਾ ਆਇਆ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ। ਦਖਣਿਆ ਨਾਮੇ ਬਾਣੀ ਹੈ, ਵਾਰ ਹੈ ਮਾਰੂ ਰਾਗ ਦੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਭ ਦੀ ਚਰਨ ਧੂੜ ਬਣ, ਮਰਨਾ ਪਹਿਲੋਂ ਕਬੂਲ ਕਰ। ਤੇ ਮਰਨਾ ਜ਼ਰੂਰ ਹੈ। ਜਿੰਨੇ ਵੀ ਜਨਮ ਲੈ ਲਿਆ ਦੂਜੀ ਵਾਰੀ ਮਰਨ ਦੀ ਹੈ। ਪਰ ਮਰਤਾ ਜਗ ਮੁਆ, ਮਰ ਪੀ ਨਾ ਜਾਣੇ ਕੋਏ। ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋਏ। ਮਰਨ ਦੀ ਜਾਂਚ ਵੀ ਸਾਰਿਆਂ ਨੂੰ ਨਹੀਂ ਆਈ। ਸਵਾਨ ਕੀ ਮੌਤ, ਕੁੱਕਰ ਦੀ ਮੌਤ, ਵਿਸ਼ੇ ਵਿਕਾਰ ਭੋਗ ਕੇ ਤੇ ਬੇਅੰਤ ਮਰਦੇ ਨੇ ਰੋਜ਼ ਜਗਤ ਦੀ ਦੁਨੀਆ ਦੇ ਜੀਵ। ਜਿਨ੍ਹਾਂ ਨੂੰ ਮਰਨ ਦੀ ਜਾਗ ਆਈ ਹੈ, ਗੁਰੂ ਕੇ ਲੇਖੇ ਆਪਣਾ ਸਰੀਰ ਤਨ ਮਨ ਲਾਇਆ।
ਉਹਨਾਂ ਨੇ ਨਾਮ ਰੋਸ਼ਨ ਕਰਤੇ ਸਦਾ ਹੁੰਦੇ ਰਹਿਣੇ ਹੈ। ਇਸ ਪ੍ਰਕਾਰ ਗੁਰਮੁਖੋਰ ਭਗਤ ਜੀ ਦੇ ਵਜਨ, ਗਗਨ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਦੀਨ ਧਰਮ ਨੂੰ ਕਿਹਾ ਤੇ ਪੁਰਜਾ ਪੁਰਜਾ ਕੱਟ ਮਰੇ, ਛੋਟਾ ਛੋਟਾ ਹੋ ਕੇ ਉਹਨੂੰ ਖਾਦ ਛਾਡੇ ਖੇਤ। ਇਸ ਪ੍ਰਕਾਰ ਖਾਲਸਾ ਸੋਈ ਜੋ ਚੜੇ ਤਰੰਗ, ਖਾਲਸਾ ਸੋਈ ਜੋ ਕਰੇ ਨਿਰਜੰਗ, ਖਾਲਸਾ ਸੋਈ ਜੋ ਨਿਰਧਨ ਕੋ ਪਾਲੇ, ਖਾਲਸਾ ਸੋਈ ਜੋ ਦੁਸ਼ਟ ਕੋ ਗਾਲੇ। ਦੁਸ਼ਟਾਂ ਨੂੰ ਸੋਧਣਾ ਤੇ ਨਿਰਧਨ ਗਰੀਬ ਦੀ ਰੱਖਿਆ ਕਰਨੀ, ਸਹਾਇਤਾ ਕਰਨੀ। ਦਿਹਾੜਾ ਲੰਘ ਚੁੱਕਿਆ ਘੱਲੂ ਘਰ ਅੰਮ੍ਰਿਤਸਰ ਸਾਹਿਬ ਦਾ, ਗੁਰਮੁਖੋ ਧਿਆਨ ਦੇਵੋ। ਸਮਾਂ ਪਿੱਛੇ ਸੀ, ਪਤਾ ਨਹੀਂ ਸੀ ਆਉਣ ਵਾਲੇ ਸਮੇਂ ਦਾ, ਤਾਂ ਹੁਣ ਵੀ ਸਾਨੂੰ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ। ਹੋਣਹਾਰ ਸੋ ਹੋਈ ਹੈ, ਰਾਚ ਰਚਨਾ ਪ੍ਰਭਾਵਣੀ, ਕਹਾ ਲਾਭ ਕਹੇ ਕੋਈ ਹੈ। ਦਾਸ ਨੂੰ ਮਹਾਂਪੁਰਖਾਂ ਨੇ ਗਿਆਨ ਨਹੀਂ ਸੀ, ਪਤਾ ਨਹੀਂ ਸੀ, ਕੰਨੋਂ ਫੜ ਕੇ ਭਾਵੇਂ ਜਥੇ 'ਚ ਥੋੜ੍ਹੇ ਸਮੇਂ ਲਈ ਖੜਿਆ। ਇੱਕ ਮਹਾਤਮਾ ਬਜ਼ੁਰਗ ਸੀ, ਕਾਹਲਾ ਜਿਹਾ ਪੈ ਕੇ ਬੋਲਦਾ ਸੀ, ਗੱਲ ਸੁਣ ਗੱਲ ਸੁਣ। 10,000 ਸ਼ਹੀਦ ਨੇ ਜਨਮ ਲੈ ਲਿਆ। ਉਦੋਂ ਪਤਾ ਕੋਈ ਨਹੀਂ ਸੀ ਕਾਹਦੇ ਲਈ ਲੈ ਲਿਆ ਅਤੇ ਕਿਉਂ ਲੈ ਲਿਆ। ਲਿਖ ਲੈਂਦੇ, ਯਾਦ ਕਰ ਲੈਂਦੇ, ਜਾਂ ਉਹਨਾਂ ਨੂੰ ਪਤਾ ਹੋ ਵੀ ਸੰਗਤਾਂ ਨੂੰ ਸੁਣਾਉਣਾ ਪੈਣਾ ਹੈ। ਅਤੇ ਨਾਲ ਇਹ ਵੀ ਦੱਸਿਆ ਵੀ ਆਉਣ ਵਾਲੇ ਸਮੇਂ ਦਾ ਜਥੇਦਾਰ ਟਕਸਾਲ ਦਾ ਬੜੀ ਗਾਬੀ ਸ਼ਕਤੀ ਦਾ ਮਾਲਕ ਹੋਣਾ। ਉਹ ਵੀ ਸੁਣੀ ਕਰ ਛੜੀ। ਛੋਟੀ ਅਵਸਥਾ ਸੀ, ਗਿਆਨ ਕੋਈ ਨਹੀਂ ਸੀ। ਇੰਨੀ ਬੰਦਗੀ ਦੇ ਮਾਲਕਾਂ ਨੂੰ ਆਉਣ ਵਾਲੇ ਸਮੇਂ ਦਾ ਇੰਨਾ ਪਤਾ। ਹੁਣ ਚੇਤਾ ਆਉਂਦਾ ਉਹਨਾਂ ਸਮਿਆਂ ਦਾ ਵੀ ਆਹ ਕੁਝ ਹੋਣਾ ਹੈ, ਹੋ ਕੇ ਰਿਹਾ ਹੈ। ਸਮਾਂ ਜਾਂ ਗੁਜ਼ਰਦਾ ਗਿਆ ਅਤੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕੁਝ ਭੁਜੰਗੀਆਂ ਨੂੰ ਇਹ ਸ਼ਸਤਰ ਚਲਾਉਣ ਦੀ ਸਿਖਲਾਈ ਦੇਣ ਵਾਸਤੇ ਤਿਆਰੀ ਕਰਾਇਆ ਕਰਦੇ ਸੀ। ਸੋ ਉਦੋਂ ਕਿਰਾਏ ਕਰਕੇ ਆਉਣਾ, ਕੁਛ ਸਿੱਖ ਕੇ ਆਉਣਾ, ਫਿਰ ਪੁੱਛਣੇ ਬਚਨ ਉਹਨਾਂ ਨੂੰ ਪਤਾ ਨਹੀਂ ਸੀ ਕੀ ਕਰਦੇ ਨੇ, ਕਾਰਨ ਕੀ ਹੈ। ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦਾ ਪਤਾ ਸੀ। ਉਹਨਾਂ ਤੋਂ ਪਹਿਲਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਤਮਾ ਪਾਸੋਂ ਪੁੱਛੇ ਸੁਣਿਆ। ਕੀ ਸੁਣਿਆ? ਅੰਮ੍ਰਿਤਸਰ ਸਾਹਿਬ ਜੀ ਬਕਰਮਾਂ 'ਚ ਬੜੇ ਬਰੀਕੀ ਸੁਭਾਅ ਵਾਲੇ ਸੀ, ਕਿਸੇ ਜਾਨਵਰ ਨੂੰ ਵੀ ਦੁੱਖ ਨਹੀਂ ਸੀ ਦਿੰਦੇ। ਨਾਲ ਰਹਿਣ ਵਾਲੇ ਸਿੰਘਾਂ ਨੇ ਦੱਸਣਾ। ਸੋ ਬਾਪੂ ਸਵਰਨ ਸਿੰਘ ਠੱਕਰਵਾਲ ਵਾਲੇ ਕਈ ਵਾਰੀ ਬਚਨ ਜਿਗਰ ਉਹਨਾਂ ਦਾ ਦਾਸ ਨੇ ਕੀਤਾ। ਛੋਟੇ ਹੁੰਦਿਆਂ ਬੜਾ ਪ੍ਰੇਮ ਕਰਦੇ ਰਹੇ, ਬੱਚਿਆਂ ਸਮਾਨ ਦਾਤਣ ਵੱਢ ਕੇ ਲਿਆਉਣੀ, ਮੁੱਖ ਮੰਨਣਾ ਜਿਹਨੂੰ ਸਿੰਘ ਕਹਿੰਦੇ ਆ। ਕਹਿੰਦੇ ਤੈਨੀ ਦੋ ਹੀ ਵੱਢਿਆ ਕਰ, ਇੱਕ ਆਪਣੇ ਲਈ ਅਤੇ ਇੱਕ ਸਾਡੇ ਵਾਸਤੇ। ਇਹ ਵੀ 84 ਵਿੱਚ ਨੇ। ਇਹਨਾਂ ਦਾ ਵੀ ਸਿਰ ਨਾ ਵੱਢਿਆ ਕਰੋ, ਨਹੀਂ ਸੀ ਦੁੱਖ ਦਿੰਦੇ। ਜਿੱਥੇ ਬਾਬੇ ਦੀਪ ਸਿੰਘ ਦਾ ਸਥਾਨ ਬਣਿਆ ਬਕਰਮਾਂ ਵਿੱਚ, ਨਾਲ ਸਿੰਘ ਨੇ ਅਤੇ ਤੁਰੇ ਆਉਂਦੇ ਨੇ ਅਤੇ ਖਲੋ ਕੇ ਅਤੇ ਅੱਖਾਂ 'ਚ ਪਾਣੀ ਆ ਗਿਆ, ਅੱਖਾਂ ਮਲਣ ਲੱਗ ਗਏ। ਨਾਲ ਦੇ ਸਿੰਘਾਂ ਪੁੱਛਿਆ ਜੀ ਕਾਰਨ ਕੀ? ਅਤੇ ਕਹਿੰਦੇ ਕਾਲ ਤਖਤ ਢੱਠਣਾ ਹੈ, ਖੂਨ ਖਰਾਬੇ ਬੜੇ ਹੋਣੇ ਹੈ। ਉਹ ਦ੍ਰਿਸ਼ਟੀ 'ਚ ਆਇਆ, ਨਿਗਾਹ 'ਚ ਆਇਆ, ਅਤੇ ਸਿੰਘ ਵੀ ਸਾਡੇ ਜਥੇ ਦਾ ਹੋਣਾ ਹੈ। ਇੰਨਾ ਪਤਾ ਸੀ ਆਉਣ ਵਾਲੇ ਸਮੇਂ ਦਾ ਮਹਾਤਮਾ ਨੂੰ। ਹੋਣਹਾਰ ਸੋ ਹੋਈ ਹੈ, ਹੋ ਕੇ ਰਹਿਣੀ ਹੈ, ਕੋਈ ਨਵਾਂ ਕੰਮ ਨਹੀਂ ਹੋਇਆ। ਅਤੇ ਕਿੰਨੀ ਸ਼ਕਤੀ ਦੇ ਮਾਲਕ ਜਰਨ ਵਾਲੇ। ਉਹਨਾਂ ਤੋਂ ਪਹਿਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਹੋਏ ਨੇ, ਜਿਨ੍ਹਾਂ ਦਾ ਭਿੰਡਰ ਨਗਰ ਸੀ। ਭਿੰਡਰ ਅੱਲ ਹੋਣ ਕਰਕੇ ਨਾਂ ਭਿੰਡਰਾਂ ਵਾਲੇ ਪੈ ਗਿਆ। ਟਕਸਾਲ ਦਮਦਮੀ ਹੈ, ਪਿੱਛੇ ਤੋਂ ਲੈ ਕੇ ਚੱਲਦੀ ਆਈ ਹੈ। ਦਾਸ ਕੈਨੇਡਾ ਵਿਖੇ ਸੀ। ਇੱਕ ਵੀਰ ਟਕਸਾਲ ਦੀ ਨੇੜਤਾ ਵਾਲਾ ਤੋਂ ਲੱਭਦਾ ਫਿਰੇ ਕਿ ਮੈਨੂੰ ਕੋਈ ਟਕਸਾਲੀ ਪਾਠੀ ਮਿਲੇ। ਇੱਕ ਤਾਂ ਮੈਂ ਲੜੀਵਾਰ ਪਾਠ ਕਰਵਾਉਣਾ ਹੈ ਪੋਥੀਆਂ ਤੋਂ, ਇੱਕ ਮੈਂ ਕੋਲ ਬਹਿ ਕੇ ਸੁਣਨਾ ਹੈ। ਕਿਸੇ ਨੇ 10 ਪਾ ਦਿੱਤੀ। ਦਾਸ ਨੂੰ ਕਹਿਣ ਲੱਗਾ, ਸਿਰ ਮੱਥੇ ਤੇਰੀ ਵੀਰ ਇੰਨੀ ਸਰਦਾ ਹੈ ਅਤੇ ਮਹਾਰਾਜ ਸਾਹਿਬ ਸੇਵਾ ਲੈ ਲੈਣ। ਉਹਦੇ ਘਰੇ ਕੋਈ ਸਮਾਂ ਇਸ ਤਰ੍ਹਾਂ ਲੰਘਿਆ, ਉਹਨੇ ਗੱਲ ਸੁਣਾਈ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਮੁਤੱਲਕ। ਕਹਿਣ ਲੱਗੇ ਮਹਾਂਪੁਰਖ ਸੋ ਆਪ ਜੋਟੀਆਂ ਨਾਲ ਕੀਰਤਨ ਕਰਿਆ ਕਰਦੇ, ਸਿਮਰਨ ਕਰਿਆ ਕਰਦੇ, ਬੜੀ ਬੰਦਗੀ ਸੀ, ਬੜੀ ਮਹਾਨ ਅਤੇ ਪਵਿੱਤਰ ਆਤਮਾ ਸੀ। ਕੁਛ ਇਕੱਠੇ ਸਨ। ਇੱਕ ਬਜ਼ੁਰਗ ਕਹਿਣ ਲੱਗਾ ਜੀ ਮੈਨੂੰ ਘਰ ਦੇ ਸਾਂਭਦੇ ਨਹੀਂ, ਮੈਂ ਬਿਰਧ ਹੋ ਗਿਆ, ਜਥੇ 'ਚ ਰਹਿ ਲਿਆ ਕਰਾਂ, ਮੈਂ ਰੋਟੀ ਪਾਣੀ ਛਕਣੀ ਹੈ, ਸੇਵਾ ਕਰਿਆ ਕਰੋ। ਮਹਾਂਪੁਰਖ ਹੱਸ ਕਹਿੰਦੇ ਬੜੀ ਚੰਗੀ ਗੱਲ ਹੈ, ਰਿਹਾ ਕਰ। ਗੁਰੂ ਘਰ ਤਾਂ ਨਥਾਵਿਆਂ ਦਾ ਥਾਂ ਹੈ, ਤੂੰ ਸਭ ਕਾਹੇ ਦਾ ਮਾਲਕ ਹੈ। ਰਹਿਣ ਲੱਗ ਗਿਆ।
ਇੱਕ ਹੋਰ ਬਜ਼ੁਰਗ ਸੀ, 3 ਕਿ 4, ਉਸ ਦੀਆਂ ਧੀਆਂ ਜਵਾਨ ਹੋਈਆਂ ਸੀ, ਬੱਚਾ ਕੋਈ ਨਹੀਂ ਸੀ। ਇਸ ਪ੍ਰਕਾਰ ਉਹ ਵਪਾਰ ਕਰਿਆ ਕਰਦਾ ਪਸ਼ੂਆਂ ਡੰਗਰਾਂ ਦਾ। ਉਹਦੇ ਸੁੱਤੇ ਪਏ ਦਾ ਕੋਈ ਗਾਲ ਕੱਟ ਗਿਆ, ਸ਼ਾਹਰਾਹ ਕੱਟੀ ਗਈ ਤੇ ਉਹ ਸਰੀਰ ਛੱਡ ਗਿਆ। ਲੋਕ ਇਕੱਠੇ ਹੋ ਕੇ ਅਫਸੋਸ ਕਰਨ ਲੱਗੇ, ਬੜੀ ਮਾੜੀ ਹੋਈ ਹੈ, ਕਮਾਉਣ ਵਾਲਾ ਕੋਈ ਨਹੀਂ ਸੀ, ਬੱਚੀਆਂ ਜਵਾਨ ਸੀ, ਇਹ ਕਿਸੇ ਨੇ ਕੀ ਜ਼ੁਲਮ ਕੀਤਾ। ਸੋ ਇਹ ਕੀ ਹੋਇਆ, ਉਸ ਮੌਕਾ ਮਹਾਂਪੁਰਖ ਹੱਸ ਪਏ, ਮੌਜ ਵਿੱਚ ਆਏ, ਕਹਿੰਦੇ ਜਿਉਂਦਾ ਕਰ ਦਈਏ ਜੀ, ਹੋਰ ਕੀ ਚਾਹੀਦਾ ਹੈ। ਫਿਰ ਇਹਦੇ ਥਾਂ ਕਿਸੇ ਨੂੰ ਸਰੀਰ ਛੱਡਣਾ ਪਊ। ਤੇ ਜਿਹੜਾ ਆਂਦਾ ਸੀ ਨਾ ਮੈਂ ਘਰੋਂ ਵੀ ਮੈਨੂੰ ਘਰ ਦੇ ਸਾਂਭਦੇ ਨਹੀਂ, ਤੁਹਾਡੇ ਕੋਲ ਰਿਹਾ ਕਰਾਂ, ਜੱਟਾਂ ਦਾ ਸੁਭਾਅ ਇਹੋ ਜਿਹਾ ਹੁੰਦਾ, ਕਹਿੰਦਾ ਮੈਂ ਛੱਡ ਦਿੰਦਾ ਹੈ, ਬੜੀ ਖੁਸ਼ੀ ਦੀ ਗੱਲ ਹੈ। ਤੇ ਇਹਦੇ ਥਾਂ ਪਰਉਪਕਾਰੀ ਹੈ, ਕਰ। ਲੰਮਾ ਪੈ ਗਿਆ, ਚਾਦਰ ਉੱਪਰ ਲੈ ਲਈ, ਸਰੀਰ ਛੱਡ ਗਿਆ ਤੇ ਕੱਟੇ ਗਲੇ ਵਾਲਾ ਜਿਉਂਦਾ ਹੋ ਗਿਆ। ਉਸ ਮਹਾਂਪੁਰਖ ਕੈਨੇਡਾ ਵਾਲੇ ਮਹਾਤਮਾ ਨੇ ਮਹਾਂਪੁਰਖਾਂ ਬਾਰੇ ਦੱਸਿਆ, ਇੰਨੀ ਤਾਕਤ ਤੇ ਸ਼ਕਤੀ ਆਈ ਕਿੱਥੋਂ। ਉਹ ਕੋਈ ਵੱਖਰੇ ਰੱਬ ਨਹੀਂ ਸੀ, ਉਹ ਕੋਈ ਵੱਖਰੇ ਪੈਗੰਬਰ ਨਹੀਂ ਸੀ। ਐਸੀ ਗੁਰੂ ਕੀ ਬਾਣੀ ਜਿਹੜੀ ਤੁਹਾਨੂੰ ਪੜ੍ਹਨ ਦੀ ਮਿਲੀ ਹੈ, ਇਹੀ ਮੂਲ ਮੰਤਰ ਤੇ ਇਹੀ ਗੁਰਮੰਤਰ ਵਾਹਿਗੁਰੂ ਮੰਤਰ, ਤੇ ਵੱਧ ਤੋਂ ਵੱਧ ਇਹਦੇ ਨਾਲ ਜਰੂਰ ਜਾ। ਇਹਦਾ ਕਸੂਰ ਜ਼ਰੂਰ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸਿਉ ਮਾਰੇ ਪੈ ਵਗੇ ਖਸਮ ਸਾਪ ਪਰਸਾਈ, ਸਕਤਾ ਸਿਉ ਸ਼ੇਰ ਨਿਰਦੋਸ਼ ਵਗ ਤੇ ਪੈ ਜਾਵੇ। ਤੇ ਮਾਲਕ ਨੂੰ ਪਾਵਰ ਸਕੋ ਬਲ ਕੋ ਯਤਨ ਕਰਨਾ ਚਾਹੀਦਾ ਛਡਾਉਣ ਵਾਸਤੇ। ਜੇ ਸਕਤਾ ਸਿਉ ਸ਼ੇਰ ਨੂੰ ਸ਼ੇਰ ਮਾਰੇ। ਇਸ ਪ੍ਰਕਾਰ ਜਿਹੜਾ ਚੜ੍ਹ ਕੇ ਆਇਆ ਹੈ, ਹੁਣ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਸਰਯੁਗ ਤੋਂ ਲੈ ਕੇ ਪਵਿੱਤਰ ਹੈ, ਜੁਗਾਂ ਜੁਗਾਂ ਪ੍ਰਯੰਤ ਬੜੇ ਬੜੇ ਹੋਮ ਯੱਗ ਇਸ ਥਾਂ 'ਤੇ ਹੋਏ, ਬੜਿਆਂ ਨੇ ਬੜੀ ਬੰਦਗੀ ਇਸ ਥਾਂ 'ਤੇ ਕੀਤੀ। ਇਸ ਪਾਸੇ ਧਿਆਨ ਦਈਏ ਤਾਂ ਸਮਾਂ ਲੱਗ ਜਾਊ। ਇਹੋ ਜਿਹੇ ਸਥਾਨਾਂ ਨੂੰ ਢਾਉਣ ਵਾਸਤੇ ਫੌਜ ਚੜ੍ਹ ਕੇ ਆਈ ਹੈ। ਤੇ ਫਿਰ ਅੱਗੋਂ ਕੀ ਸਰੂਪ ਚਾਹੀਦਾ ਸੀ ਉਹਨਾਂ ਦੇ ਨਾਲ, ਜਿਹੜੇ ਬੂਟਾਂ ਸਮੇਤ ਆਏ ਹੈ, ਜਿਹੜੇ ਤੰਬਾਕੂ ਪੀਣ ਵਾਲੇ ਆਏ ਹੈ, ਸ਼ਰਾਬਾਂ ਪੀਣ ਆਏ, ਅਸਲਾ ਲੈ ਕੇ ਆਏ ਹੈ, ਮਾਰਨ ਵਾਸਤੇ ਆਏ ਹੈ। ਅੱਗੋਂ ਕੀ ਸਲੋਕ ਚਾਹੀਦਾ ਹੈ, ਕੋਈ ਹਾਰ ਲੈ ਕੇ ਆਵੇ, ਕੋਈ ਸਰਦਾ ਲੈ ਕੇ ਆਵੇ, ਕੋਈ ਮੱਥਾ ਟੇਕਣ ਆਵੇ, ਉਹਨੂੰ ਪ੍ਰਸ਼ਾਦ ਮਿਲੇ, ਉਹਨੂੰ ਸਰੋਪਾ ਮਿਲੇ, ਉਹਨੂੰ ਅਸ਼ੀਰਵਾਦ ਮਿਲੇ। ਇਸ ਪ੍ਰਕਾਰ ਗੁਰਮੁਖੋ ਕਿਸੇ 'ਤੇ ਚੜ੍ਹ ਕੇ ਜਾਣ ਵਾਲੇ ਦਾ ਜ਼ਿਆਦਾ ਕਸੂਰ ਹੈ, ਅੱਗੋਂ ਮੁਕਾਬਲਾ ਕਰਨ ਵਾਲੇ ਦਾ ਉਹਨਾਂ ਨਹੀਂ। ਧਿਆਨ ਦੇਵੋ, ਅਸਲਾ ਇਕੱਠਾ ਕੀਤਾ ਕਿਉਂ, ਪਤਾ ਸੀ ਵੀ ਆਹ ਕੁਛ ਹੋਣਾ ਹੈ। ਇਹਨਾਂ ਜ਼ੁਲਮ ਕਰਨ ਵਾਲਿਆਂ ਜ਼ਾਲਮਾਂ ਨੇ ਚੜ੍ਹ ਕੇ ਆਉਣਾ ਹੈ, ਅੱਗੋਂ ਇਹਨਾਂ ਨੂੰ ਜਵਾਬ ਦੇਣਾ। ਤੇ ਪਹਿਲੋਂ ਦੱਸ ਵੀ ਦਿੱਤਾ, ਜੇ ਪੈਰ ਰੱਖੋਗੇ ਜਾਂ ਬੜਾ ਵੇਖ ਲਓ, ਐਡੀਆਂ ਉੱਚੀਆਂ ਢੇਰੀਆਂ ਲਾ ਦਿਆਂਗੇ। ਤੇ ਸਾਹਮਣਾ ਦੁਸ਼ਮਣ ਪਤਾ ਸੀ ਕਿੱਥੇ ਸਰਕਾਰ, ਕਿੱਥੇ ਤੋਪਾਂ, ਕਿੱਥੇ ਟੈਂਕ, ਕਿੱਥੇ ਹੈਲੀਕਾਪਟਰ, ਕਿੱਥੇ ਕਮਾਂਡੋ ਫੌਜ, ਕਿੰਨਾ ਚਿਰ ਮੁਕਾਬਲਾ ਕਰਨਾ ਸੀ। ਪਰ ਸੂਰਮੇ ਦਾ ਦਾਹੀਆ ਸਿਰ ਤੱਕ ਹੁੰਦਾ ਹੈ, ਧਰਮ ਨੂੰ ਕਮਾਉਣ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ। ਤੇ ਉਹਨਾਂ ਨੇ ਪਾਪ ਕੀ ਕੀਤਾ, ਜਿਹੜੇ ਚੜ੍ਹ ਕੇ ਆਏ ਸੀ, ਇੰਨੀ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ। ਇਹੋ ਜਿਹੇ ਥਾਂ 'ਤੇ ਨਿਰਦੋਸ਼ ਬਜ਼ੁਰਗ ਮਾਤਾਵਾਂ, ਛੋਟੇ ਛੋਟੇ ਬੱਚੇ, ਕਿਉਂਕਿ ਸ਼ਹੀਦੀ ਦਿਹਾੜਾ ਸੀ ਗੁਰੂ ਅਰਜਨ ਸਾਹਿਬ ਜੀ ਦਾ। ਆਮ ਸੰਗਤਾਂ ਰੋਜ਼ ਹੀ ਲੱਖਾਂ ਦੇ ਹਿਸਾਬ ਨਾਲ ਜਾਂਦੀਆਂ ਤੇ ਗਈਆਂ ਹੋਈਆਂ ਸਨ। ਜਾਣ ਦੀ ਖੁੱਲ੍ਹ ਦੇ ਦਿੱਤੀ ਹੈ ਤੇ ਨਿਕਲਣ ਕਿਸੇ ਨੂੰ ਨਹੀਂ ਦਿੱਤਾ। ਨਿਰਦੋਸ਼ਾਂ ਨੂੰ ਮਾਰ ਕੇ ਢਾਹ ਕੇ ਹੋਰ ਵੀ ਗੁਰਦੁਆਰੇ ਨਿਸ਼ਾਨ ਸਾਹਿਬ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ। ਇਹ ਪਾਪ ਸਦੀਆਂ ਤੱਕ ਤੇ ਸੈਂਕੜੇ ਜਨਮਾਂ ਤੱਕ ਨਹੀਂ ਲੱਥਣਾ। ਤੇ ਜਿਹੜੇ ਅੱਗੋਂ ਛਾਤੀਆਂ ਤਾਣ ਕੇ ਨਿਕਲ ਵੀ ਸਕਦੇ ਸੀ, ਮਹਾਂਪੁਰਖਾਂ ਵੱਲੋਂ ਹੁਕਮ ਹੀ ਹੋਇਆ ਵੀ ਜਿਹਨੇ ਜਾਣਾ ਚਲੇ ਜਾਓ, ਜਿਹਨੇ ਸ਼ਹੀਦੀ ਪਾਉਣੀ ਉਹ ਰਹੋ। ਧੰਨ ਬਾਬਾ ਦੀਪ ਸਿੰਘ ਦੇ ਲਕੀਰ ਖਿੱਚਣ ਦੀ ਤਰ੍ਹਾਂ ਉਹ ਘੱਲੂ ਘਾਰਾ ਸੰਗਤਾਂ ਨੇ ਵੇਖਿਆ ਹੈ। ਭਾਵੇਂ ਪਹਿਲੋਂ ਵੀ ਬੜੇ ਹੁੰਦੇ ਰਹੇ, ਪਿਛਲੀਆਂ ਯੁੱਗਾਂ 'ਚ ਵੀ ਹੁੰਦੇ ਰਹੇ, ਪਿਛਲੀਆਂ ਸਮਿਆਂ 'ਚ ਵੀ ਹੁੰਦੇ ਰਹੇ। ਦਾਸ ਨੇ ਇਸ਼ਾਰੇ ਕੀਤੇ ਨੇ ਥੋੜ੍ਹੇ ਚੱਪੜ ਚਿੜੀ ਦੇ ਮੈਦਾਨ ਵਿੱਚ ਭਾਵੇਂ 35,000 ਜਾਂ 50,000 ਕਿਸੇ ਨੇ ਲਿਖਿਆ, ਕਿੰਨਾ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਤੇ ਕੀ ਧਰਮ ਛੱਡ ਦਿੱਤਾ, ਕਿ ਆਪਣੀਆਂ ਆਦਤਾਂ ਛੱਡ ਦਿੱਤੀਆਂ, ਨਿਤਨੇਮ ਛੱਡ ਦਿੱਤਾ। ਫਿਰ ਭਾਵ ਕਾਹਨੂੰ ਆਉਣ ਦੇ ਸੰਭ ਵਿੱਚ 20-22,000 ਸਿੰਘ ਸੀ। ਘੇਰਾ ਪਾ ਕੇ ਜੰਗਲਾਂ ਨੂੰ ਅੱਗ ਲਾ ਦਿੱਤੀ, ਘੇਰਾ ਪਾ ਕੇ 400 ਪਾਣੀ ਬੰਦ ਕਰ ਦਿੱਤਾ। ਅੱਧਿਓਂ ਜ਼ਿਆਦਾ ਇਸ ਥਾਂ 'ਤੇ ਵੀ ਸ਼ਹੀਦ ਹੋਏ ਸੀ। ਦੂਜਾ ਘੱਲੂ ਘਾਰਾ ਤੇ ਤੀਜਾ ਹੁਣ ਸਿੱਖ ਸੰਗਤਾਂ ਨੇ ਮਨਾਇਆ ਹੈ। ਇਸ ਪ੍ਰਕਾਰ ਸਿੱਖੀ ਮੱਤ ਵਿੱਚ ਇੰਨੀ ਸ਼ਕਤੀ ਦੇ ਮਾਲਕ, ਮਰਿਆਂ ਨੂੰ ਜਿਉਂਦੇ ਕਰਨ ਵਾਲੇ, ਇੰਨੀ ਅੰਤਰਜਾਮਤਾ ਦੇ ਮਾਲਕ ਪਿੱਛੇ ਤੋਂ ਲੈ ਕੇ ਮਹਾਤਮਾ ਹੁਣ ਤੱਕ ਚਲੇ ਆਏ ਹੈ।
इस प्रकार गुरमुखो ये नहीं कि पार्टी मुख रख के सिफत करनी है, किसी बरादरी को मुख रख के किसी की सिफत करनी है। सो सांझे इतिहास को दोहराउण वास्ते विचारा आपां करनी है। धन गुरु अर्जन साहब सच्चे पातशाह महाराज साहब जी दसां सरूपां गुरु नानक की जोत विचों पहली शहीदी महाराज साहब जी ने पाई है। दूसरी धन गुरु तेग बहादुर पातशाह महाराज साहब जी ने पाई है। तो गुरु के सिखां ने भी फिर घट नहीं की, बड़ियां शहीदियाँ पाईयां। इस प्रकार वो दिहाड़ा सिख संगतां ने मनाया है। तो गुरु नानक की जोत पंजवें पातशाह का शहीदी पुरब तथा ज्योति जोत समावना, शरीर इस लेखे लाउणा, आप चल के जाना, पिछे तो लैके पछीन गोइयां नूह मदे रखदियां, दास ने कुछ इशारे तुहाडे वल कीते ने। आने वाले समय माल करता पुरख जानता है किस तरह होनी है। महाराज साहब सेवा लै लैण। इतिहास बहुत लंबा चौड़ा महीनियां बधी गुरु साहिबां दे जीवन संबंध विच बोलिया जा सकता है। बड़े बड़े बोल चों कुछ क दाने आप जी दे समक्ष रखे ने। इस प्रकार तुसीं भी यतन करो। शरीर की मंग नहीं कि रोग रवे, लंबी उम्र हो जाए। शरीर संबंधियां पुत्र पोतरियां की मंग नहीं, जायदादां कोठियां ते कारां की मंग नहीं, डिग्रियां की मंग नहीं, धन की मंग नहीं। इको एक मंग परमेश्वर के नाम की सिੱਖੀ धारण करके ते कमाउण दी। फिर कोलां भी तर जाणगीਆਂ ते लोक परलोक भी सफला हो। पिछे बेअंत महात्मा का होया तो आने वाले समय क्यों ना होगा। ये दास वालों बेनती है। पिछले समय का किणका मत पिछले युगों समय तो लैके आप जी के समक्ष रखा है। सतगुरु कृपा करन, अमृत छको। धन गुरु नानक पातशाह ने चरण पौल दे के यही मूल मंत्र, यही गुर मंत्र नवा स्वरूपां चलता रहा। 10वें स्वरूप ने प्राप्त कर लिया। फिर खंडे बाटे की भाव पौल देनी की। महाराज साहब ने 5 प्यारे साजे जिहड़े सदा अमर रहण, लोका दो लोक में परलोक में भी सहायता करने वाले शरीर धारी गुरु देसा ते प्रदेसा रहतवान 5 जाए मिले। मम स्वरूप देखो भले, भोजन साधन जोत सदैव मोको पचावर सिख से। सिख पंचन मैं मेरो बासा पूर्ण करो धरे जर आसा आदि पंक्तियाँ। सो जमम मेरा स्वरूप ने वो 5 प्यारे। सतगुरु कृपा करन, ऐदों वध प्राप्ति नहीं जे होनी। बड़े बड़े ब्रह्म ज्ञानियों ते बड़े बड़े शक्ति के मालकां नूं भी महाराज साहब ने अपने परिवार नूं भी ते आप भी अमृत छकिया। सानू सारियां नूं कह गए खंडे की पौल सब धारो, बनो खालसा धर्म निवारो। 5 ककार की रहत रखी, जै मीण मसंद मेल न कीजे। जा मीणे और मसंदिए मोने कुड़ी जो मार, होए सिख बर्तन करंत करेंगे खुआर। ये संबंध च पिछे काश्तां बन चुकियां ने। दास का कोई फुरना नहीं सी। स्वामी वीर जी ने हुक्म लाया, हुक्म जाने लिए शरीर हाजिर किया है। थोड़े थोड़े इशारे पिछले समय के पिछले युगों के आप जी के समक्ष बाणी अनुसार रखे ने, या इतिहास अनुसार आप जी के समक्ष रखे ने। सो संगतां दे जोड़े झाड़ के बेनती है, निगोरे ना किते मर जिओ। सतगुरु बाजों गुरनी कोई, निगोरे का है नाउ बुरा। ना लेना भी बुरा, शब्द करनी भी बुरी है। जैसो चंदा गुवै सूरज चढ़े 1000, केते चानण हुंदियां गुर बिन घोर अंधार। गुर बिन घोर अंधार गुरु बिन समझ ना आवे, गुर बिन सुरत न सिद्ध गुरु बिन मुक्त न पावै। अगले 2 दीवान महाराज साहब शहीदी के संबंध में होर कुछ बेनतियां की सेवा लै लैण। अज दे इन्नी स्वीकार करते हुए रसना सबली बनाते हुए सारे वीर माई भाई कहो वाहिगुरु जी का खालसा, वाहिगुरु जी की